सतनाम वाहिगुरु साहिब जीओ। रैंदी बंदिश में कोई ना डिठा, तू नानक मन भाना। घोल कमाई तिस मित्र विचोले, जय मिल कंत पछाणा। घोल कमाई तिस मित्र विचोले, जय मिल कंत पछाणा। डंडाउत बंधन अनक बार, सर्व कला समरथ। डोलन ते राखो प्रभु, नानक दी कर हथ। डोलन ते राखो प्रभु, नानक दी कर हथ। वाहिगुरु जी का खालसा, वाहिगुरु जी की फतेह। लंबे समय तो इतिहासक पन्नियां ते उकरे अखरां नूं घोखदियां आपां सिੱਖੀ दे उस पेंडे उस राह दी लगातार विचार करते आ रहे हां, ਜਿਹੜੇ पेंडे नूं दुखां सुखां दियां ਅਤੇ कुर्बानियां दियां जां होर अनेकां तरह दीयां तकलीफां चलदियां इथों तक दा सफर तय कीता है। राज भाग नूं माणिया, पर ओ दिन भी आए जिस दिन एक एक पन्ना सानू बड़ियां ऊंचियां बुलंदियां तक पहुंचाउंदा सी, पर समय दी करवट ने ओ दिन भी दिखाए जिस दिन एक एक पन्ना सानू निवाण वाले पासे नूं लेके जांदा रहा। आखिरकार इतिहासक पन्नियां दे उत्ते ओ एक काला दिन भी लिखिया गया जिस दिन 29 मार्च 1849 नूं अंग्रेज सरकार ने अपने मनसूबियां दी पूर्णता कर लई। दूजे शब्दां विच कह लईए, पंजाब दी धरती उत्ते पूर्ण तौर ते उन्हां ने अपनी जित दा निशान चुला दिता। सारा इतिहास असीं हौली हौली वाचदे हां, चंगी तरह वेखिया विचारिया, पर हुण अज एक दूजे पक्ष दी विचार करनी है। सिख राज का थोड़ा बहुत लेखा जोखा कर लईए, फिर उस तो अगलेरी विचार वल तुरांगे। गुरमत ने एक बड़ी वड्डी सानू वक्री दृष्टि दिती सी। अपने जीवन काल अंदर जे किसी ने जीवन सवारना होवे तो बहुत जरूरी है, अंदरों जिनका मोह टुटा तिनका शब्द सच्चे सवारिया। कहे नानक यह आनंद है, आनंद गुरु ते जाने। जिन्ना चिर अंदरों मोह नहीं टुटदा उन्ना चिर मनुख अपने जीवन की कदे चंगी भावना पैदा नहीं कर सकता। एक गल होर बेनती करनी चाहुंदा, असीं एक गल्लों बड़े सुभागे भी हां, पर एक गल्लों ही बड़े दुर्भागे भी हां। सुभागे इसलिए हां, किसी भी दुनिया विच मुर्शिद नूं, किसी भी दुनिया विच गुरु नूं इतना समा अपने सिखां दे नाल, अपने श्रद्धालु मुरीदां दे नाल रहण दा नहीं मिलिया जितना लंबा समा गुरदेव ने साडे नाल गुजारिया सी। कोई हफ्ते दा, साल दा, महीने दा कोर्स नहीं सी। 239 साल दा समा लाके हर जिंदगी दी घनेरी कोठड़ी विचों कढ के, हर जिंदगी दी मुश्किल विचों गुरु ने साडी बांह पकड़ के सानू बड़े उजले भविख चिट्टे चानण वांगू
ਤੇ ਇਸ ਦੁਨੀਆ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨਾਲ ਜੋੜ ਕੇ ਸਪਸ਼ਟ ਕੀਤਾ ਸੀ, ਗੁਰਬਾਣੀ ਇਸ ਜੱਗ ਮੈਂ ਚਾਨਣ। ਇਹਦੇ ਚਾਨਣ ਵਿੱਚ ਜਿਤਨੇ ਕਦਮ ਰੱਖਦੇ ਜਾਵੋਗੇ ਉਹ ਤੁਹਾਡੀ ਸਫਲਤਾ ਤੁਹਾਡੇ ਕਦਮਾਂ ਨੂੰ ਚੁੰਮਦੀ ਚਲੀ ਜਾਵੇਗੀ। ਇਸ ਲਈ ਅਸੀਂ ਸੁਭਾਗੇ ਹਾਂ ਵੀ ਸਾਨੂੰ ਬਹੁਤ ਲੰਮਾ ਸਮਾਂ ਗੁਰੂ ਨੇ ਸਰੀਰਕ ਜਾਮੇ ਵਿੱਚ ਰਹਿ ਕੇ ਜ਼ਿੰਦਗੀ ਦੇ ਹਰ ਖੇਤਰ ਨੂੰ ਚਾਨਣ ਵਿੱਚ ਪਾ ਕੇ ਹਰ ਇੱਕ ਪੱਖ ਤੋਂ ਸਾਨੂੰ ਵਾਕਫ ਕਰਵਾਇਆ ਸੀ। ਪਰ ਨਾਲ ਹੀ ਦੁਰਭਾਗੇ ਇਸ ਗੱਲੋਂ ਹਾਂ ਕਿਉਂਕਿ ਜਿਤਨੀ ਅਗਵਾਈ ਸਾਨੂੰ ਗੁਰਦੇਵ ਦੀ ਬਾਣੀ ਤੋਂ ਗੁਰਦੇਵ ਦੇ ਇਤਿਹਾਸ ਤੋਂ ਲੈਣੀ ਚਾਹੀਦੀ ਸੀ ਉਤਨਾ ਹੀ ਸਾਡਾ ਪੱਖ ਇਹ ਕਮਜ਼ੋਰ ਹੈ। ਅਸੀਂ ਇਤਨੀ ਵਾਰੀ ਚੁਣਨ ਦੇ ਬਾਵਜੂਦ ਵੀ ਅਸੀਂ ਜਦੋਂ ਵੀ ਕਦੇ ਗਲਤੀ ਕੀਤੀ ਹੈ ਤਾਂ ਕੇਵਲ ਇੱਕ ਲੀਡਰ ਦੇ ਪੱਖੋਂ ਗਲਤੀ ਕੀਤੀ ਹੈ। ਅਸੀਂ ਜਦੋਂ ਵੀ ਮਰੇ ਤੇ ਅਸੀਂ ਇਸੇ ਗੱਲੋਂ ਮਰੇ, ਅਸੀਂ ਇਹ ਗੱਲ ਦੀ ਚੋਣ ਨਹੀਂ ਕਰ ਸਕੇ, ਜਿਹਦੇ ਵਿੱਚੋਂ ਇੱਕ ਔਗਣ ਬਹੁਤ ਵੱਡਾ ਸਾਡੇ ਸਾਹਮਣੇ ਆਉਂਦਾ ਹੈ। ਪਿਛਲੇ ਸਮੇਂ ਤੋਂ ਅਜੋਕੇ ਸਮੇਂ ਦਾ ਇਤਿਹਾਸ ਸਾਨੂੰ ਇਹੋ ਜਿਹੇ ਵਾਕਿਆਂ ਦੇ ਦਰਸ਼ਨ ਕਰਵਾਉਂਦਾ ਹੈ ਜਿੱਥੇ ਆਪਾਂ ਦੇਖਦੇ ਹਾਂ ਹਰੇਕ ਰਾਜਨੀਤਿਕ ਲੀਡਰ ਜਿਹੜਾ ਸਾਡਾ ਉਹ ਆਪਣੇ ਪੁੱਤਰੀ ਮੋਹ ਵਿੱਚ ਫਸ ਕੇ ਕੌਮ ਦੀ ਤਰੱਕੀ ਦੇ ਜਾਂ ਇਨਸਾਨੀਅਤ ਦੇ ਭਲੇ ਕੰਮ ਜਾਂ ਉਸ ਗੁਰਮਤ ਦੀ ਕਸਵੱਟੀ ਤੇ ਉਤਰਨ ਵਾਲਾ ਜੀਵਨ ਛੱਡ ਕੇ ਇੱਕ ਪਾਪਾਂ ਦੇ ਰਾਹ ਤੁਰਿਆ ਹੋਇਆ ਰਸਤਾ ਸਾਨੂੰ ਨਜ਼ਰ ਆਉਂਦਾ ਹੈ। ਪੁੱਤਰੀ ਮੋਹ ਵਿੱਚ ਫਸ ਕੇ ਅਸੀਂ ਆਪਣੇ ਜੀਵਨ ਦੀ ਉਸ ਸੱਚ ਕਸਵੱਟੀ ਨੂੰ ਭੁੱਲ ਗਏ। ਕਦੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਲਾਮੇ ਰੱਖ ਕੇ ਯੋਗਤਾ ਨੂੰ ਪਰਖ ਕੇ ਗੁਰਗੱਦੀ ਗੁਰੂ ਅੰਗਦ ਸਾਹਿਬ ਜੀ ਨੂੰ ਦਿੱਤੀ ਸੀ। ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰਾਂ ਨੂੰ ਵੀ ਉਹਨਾਂ ਨੇ ਕਿਨਾਰੇ ਕਰਕੇ ਤੇ ਗੁਰਗੱਦੀ ਦਾ ਹੱਕਦਾਰ ਬਣਾ ਦਿੱਤਾ ਸੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ। ਗੁਰੂ ਅਮਰਦਾਸ ਜੀ ਦੀ ਵਡੇਰੀ ਉਮਰ ਨੇ ਆਪਣੇ ਪੁੱਤਰਾਂ ਦੇ ਹਾਲ ਵੇਖ ਕੇ ਇਹ ਨਹੀਂ ਮਨ ਵਿੱਚ ਵਿਚਾਰ ਬਣਾਈ ਭਈ ਮੈਂ ਇਹਨਾਂ ਦੇ ਮੋਹ ਵਿੱਚ ਫਸ ਕੇ ਤੇ ਇਤਨੀ ਲੰਮੀ ਕਮਾਈ, ਇਤਨੀ ਉੱਚੀ ਪਦਵੀ, ਇਤਨਾ ਸੁੱਖ ਇਤਨਾ ਰਹਿਣ ਸਹਿਣ ਅੱਛਾ ਮੈਂ ਆਪਣੇ ਪੁੱਤਰਾਂ ਦੀ ਝੋਲੀ ਪਾ ਜਾ। ਉਹਨਾਂ ਨੇ ਇੱਕ ਅਨਾਥ ਹੋ ਕੇ ਆਏ ਇਸ ਘਰ ਵਿੱਚ ਬਾਬੇ ਜੇਠੇ ਨੂੰ, ਜਿਹਨੂੰ ਆਪਣਾ ਜਵਾਈ ਕਬੂਲ ਕਰਕੇ ਆਖਰਕਾਰ ਇੱਕ ਦਿਨ ਉਹਨਾਂ ਨੂੰ ਇਹ ਤਖਤ ਤੇ ਬਿਠਾ ਦਿੱਤਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਗੇ ਘਰ ਪਰਿਵਾਰ ਵਿੱਚੋਂ ਹੀ ਛੋਟੀਆਂ ਦੀ ਪੀੜ੍ਹੀ ਚੱਲ ਪਈ, ਯੋਗਤਾ ਮਿਲਦੀ ਗਈ ਤੇ ਗੁਰਗੱਦੀ ਦੇ ਤਖਤ ਨਸੀਬ ਹੁੰਦੇ ਚਲੇ ਗਏ। ਹੈਰਾਨੀ ਦੀ ਗੱਲ ਹੈ, ਇਤਨਾ ਕੁਝ ਦੇਖਣ ਦੇ ਬਾਵਜੂਦ ਵੀ ਜਦੋਂ ਸਾਡੇ ਕੋਲ ਰਾਜ ਭਾਗ ਆਇਆ ਅਸੀਂ ਉਹੀਓ ਗੁਰਮਤ ਦੀ ਦ੍ਰਿਸ਼ਟੀ, ਅਸੀਂ ਉਹੀਓ ਗੁਰਮਤ ਦਾ ਨੁਕਤਾ, ਅਸੀਂ ਉਹੀਓ ਗੁਰਮਤ ਦੀ ਪਾਵਨ ਪਵਿੱਤਰ ਭਾਵਨਾ ਉਹਨੂੰ ਕਿਤੇ ਜ਼ਿਆਦਾ ਕਿਨਾਰੇ ਕਰਕੇ ਇੱਕ ਪੁੱਤਰੀ ਮੋਹ ਨੂੰ ਪਾਲ ਕੇ ਇਹ ਗੱਲ ਮੰਨਣੀ ਪਵੇਗੀ ਭਾਵੇਂ ਅਸੀਂ ਆਪਣੇ ਆਪ ਦੇ ਇਤਿਹਾਸ ਦੇ ਪਰਦੇ ਪਾਈ ਜਾਈਏ। ਪਰ ਚੇਤਾ ਰੱਖਿਓ ਜੇ ਇੱਕ ਮੈਂ ਇੱਥੇ ਤੁਹਾਨੂੰ ਛੋਟੀ ਜਿਹੀ ਇੱਕ ਬੇਨਤੀ ਹੋਰ ਕਰਾਂ। ਅਕਸਰ ਆਪਾਂ ਬਹੁਤ ਵਾਰੀ ਵਿਚਾਰਦੇ ਪੜ੍ਹਦੇ ਹੁੰਦੇ ਹਾਂ ਕਰਮ ਸਿੰਘ ਹਿਸਟੋਰੀਅਨ ਦੀ ਗੱਲ ਵੀ ਜਦੋਂ ਕਦੇ ਅਣਜਾਣ ਬੱਚਿਆਂ ਨੇ ਧਰਤੀ ਤੇ ਲਕੀਰਾਂ ਵਾਹ ਕੇ ਆਪਣੇ ਨਾਲ ਦੇ ਬੱਚਿਆਂ ਨੂੰ ਆਖਿਆ ਦੇਖੋ ਮੈਂ ਕਿੰਨਾ ਸੋਹਣਾ ਮੋਰ ਬਣਾਇਆ। ਬਣਾਉਣ ਵਾਲੇ ਵੀ ਅਣਜਾਣ ਸਨ, ਦੇਖਣ ਵਾਲੇ ਵੀ ਅਣਜਾਣ ਸਨ, ਉਹਨਾਂ ਨੇ ਵਾਹ-ਵਾਹ ਕਰ ਦਿੱਤੀ। ਦੂਜੀ ਉਦਾਹਰਨ ਉਹਨਾਂ ਦਿੱਤੀ, ਕਹਿਣ ਲੱਗੇ ਇੱਕ ਨਗਰ ਦੇ ਵਿੱਚ ਆਮ ਕਰਕੇ ਬੀਬੀਆਂ ਉਦੋਂ ਕੰਧਾਂ ਤੇ ਡਿਜ਼ਾਈਨ ਆਪ ਬਣਾ ਲੈਂਦੀਆਂ ਸਨ। ਉਹਨਾਂ ਨੇ ਕੁਝ ਮੋਰ ਵਾਹੇ ਤੇ ਇਹ ਬੱਚਿਆਂ ਨਾਲੋਂ ਕੁਝ ਚੱਜੇ ਸਨ, ਪਰ ਇਹ ਵਾਹੁਣ ਵਾਲੇ ਫਿਰ ਵੀ ਬੀਬੀਆਂ ਸਨ, ਆਪਣੇ ਘਰੋਗੀ ਜੀਵਨ ਵਿੱਚ ਗੁਜ਼ਾਰਨ ਵਾਲੀਆਂ ਤੇ ਵੇਖਣ ਵਾਲੀਆਂ ਵੀ ਉਹ ਬੀਬੀਆਂ ਸਨ। ਉਹਨਾਂ ਨੇ ਵੀ ਵਾਹ-ਵਾਹ ਕਰ ਦਿੱਤੀ ਤੇ ਫਿਰ ਵੀ ਭਰੋਸਾ ਹੋ ਗਿਆ ਸ਼ਾਇਦ ਅਸੀਂ ਬਹੁਤ ਅੱਛੇ ਮੋਰ ਬਣਾਉਣ ਲੱਗ ਪਏ। ਪਰ ਜਦੋਂ ਕਦੇ ਇੱਕ ਤੀਜੇ ਸਿਆਣੇ ਕਾਰੀਗਰ ਨੇ ਮੋਰ ਬਣਾਇਆ ਤਾਂ ਉਹਨੇ ਮੋਰ ਬਣਾ ਕੇ ਉਹਨੇ ਘਰ ਦੇ ਬੰਦਿਆਂ ਨੂੰ ਨਹੀਂ, ਉਹਨੇ ਆਪਣੇ ਚੁਗਿਰਦੇ ਨੂੰ ਨਹੀਂ, ਉਹਨੇ ਅਣਜਾਣ ਬੰਦਿਆਂ ਨੂੰ ਨਹੀਂ, ਉਹਨੇ ਸੰਸਾਰ ਦੇ ਤਖਤੇ ਤੇ ਰੱਖ ਦਿੱਤਾ ਮੈਂ ਮੋਰ ਬਣਾਇਆ ਤੇ ਮੇਰੇ ਇਸ ਮੋਰ ਨੂੰ ਵੇਖੋ। ਖਿਆਲ ਕਰਿਓ ਜੇ ਜਦੋਂ ਕੋਈ ਮੋਰ ਬਣਾ ਕੇ ਸੰਸਾਰ ਦੇ ਤਖਤੇ ਤੇ ਰੱਖੀਏ ਵੀ ਇਹਨੂੰ ਵੇਖੋ ਤੇ ਵੇਖਣ ਵਾਲੇ ਆਪਣੇ ਨਹੀਂ ਬਲਕਿ ਬੇਗਾਨੇ ਵੀ ਹੁੰਦੇ ਨੇ।
ਵੇਖਣ ਵਾਲੇ ਚੁਗਿਰਦੇ ਵਿੱਚੋਂ ਨਹੀਂ ਬਲਕਿ ਬੜੀ ਦੂਰੋਂ ਆਏ ਹੁੰਦੇ ਨੇ। ਵੇਖਣ ਵਾਲਿਆਂ ਦੀਆਂ ਦਾਨੀਆਂ ਅੱਖਾਂ ਹੁੰਦੀਆਂ ਨੇ। ਜਦੋਂ ਉਦੋਂ ਵੇਖਾਂਗੇ ਉਦੋਂ ਕੋਈ ਸਾਡੇ ਮੋਰ ਨੂੰ ਕਵੇ ਵੀ ਠੀਕ ਹੈ ਇਹ ਮੋਰ ਬਹੁਤ ਅੱਛਾ ਬਣਿਆ ਤੇ ਕਮਾਈ ਉਦੋਂ ਲੇਖੇ ਪੈਂਦੀ ਹੈ। ਇਤਿਹਾਸ ਨੂੰ ਆਪਣੀ ਮਰਜ਼ੀ ਨਾਲ ਘੁਮਾਈ ਜਾਈਏ, ਆਪਣੇ ਚੁਗਿਰਦੇ ਵਿੱਚ ਘੁਮਾਈ ਜਾਈਏ, ਅਣਜਾਣ ਲੋਕ ਸੁਣਨ ਵਾਲੇ ਵਾਹਵਾ ਕਰ ਦੇਣਗੇ। ਪਰ ਜਦੋਂ ਕਦੇ ਇਤਿਹਾਸ ਨੂੰ ਸੰਸਾਰ ਦੇ ਪੱਧਰ ਤੇ ਖੜਾ ਕਰੀਏ ਤਾਂ ਜਿਹੜੀਆਂ ਕਮਜ਼ੋਰੀਆਂ ਨੇ ਦੂਜਿਆਂ ਨੇ ਕੱਢਣੀਆਂ ਨੇ ਉਹਨੂੰ ਕਦੇ ਕਦਾਈ ਸਾਨੂੰ ਆਪਣੀ ਅੱਖ ਨਾਲ ਵੀ ਵੇਖ ਲੈਣਾ ਚਾਹੀਦਾ। ਮੇਰੇ ਖਿਆਲ ਅਨੁਸਾਰ ਜੇ ਆਪਾਂ ਆਪਣੀ ਵੀ ਅੱਖ ਨਾਲ ਵੇਖ ਕੇ ਤੁਰਾਂਗੇ ਤਾਂ ਸਾਡੀ ਇਹ ਦਾਨੀ ਸੋਚ ਹੋਵੇਗੀ, ਸਾਡੀ ਇਹ ਸੁਗੜ ਸੋਚ ਹੋਵੇਗੀ, ਸਾਡੀ ਇਹ ਸੌੜੀ ਸੋਚ ਨਹੀਂ ਹੋਵੇਗੀ। ਇਸ ਲਈ ਪਿਆਰਿਓ ਦਾਸ ਇੱਕ ਬੇਨਤੀ ਕਰਨ ਲੱਗਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਵੀ ਇਸ ਪੁੱਤਰੀ ਮੋਹ ਨੇ ਆਪਣਾ ਪਰਦਾ ਨਹੀਂ ਉਤਾਰਿਆ, ਬਲਕਿ ਅਸੀਂ ਇਸੇ ਦੀ ਕਸਵੱਟੀ ਦੇ ਪੂਰੇ ਨਹੀਂ ਉਤਰ ਸਕੇ, ਜਿਸ ਦਾ ਕਾਰਨ ਕੀ ਬਣਿਆ, ਪੁੱਤਰੀ ਮੋਹ ਨੇ ਵੀ ਸਾਡੇ ਇਸ ਰਾਜ ਭਾਗ ਨੂੰ ਬਰਬਾਦ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ। ਕਿੰਨਾ ਚੰਗਾ ਹੁੰਦਾ ਮਹਾਰਾਜਾ ਰਣਜੀਤ ਸਿੰਘ ਅਗਰ ਪਰਖ ਕੇ ਤੁਰਦੇ। ਚਲੋ ਸਮੇਂ ਨੇ ਕਰਵਟ ਖਾਧੀ, ਖੜਕ ਸਿੰਘ ਨੇ ਆਪਣੇ ਪੁੱਤਰ ਨੂੰ ਮਿਲਣ ਦੀ ਤਮੰਨਾ ਰੱਖੀ। ਕਿੰਨਾ ਚੰਗਾ ਹੁੰਦਾ ਜੇ ਕਿਤੇ ਦਾਨੇ ਬੋਲੇ ਹੁੰਦੇ। ਚੇਤ ਸਿੰਘ ਬਾਜਵਾ ਦਾ ਪਹਿਲਾ ਕਤਲ ਹੈ, ਉਸ ਤੋਂ ਅੱਗੇ ਕਤਲਾਂ ਦੀ ਲੜੀ ਲੱਗ ਜਾਂਦੀ ਹੈ। ਫਿਰ ਇਸ ਤੋਂ ਅੱਗੇ ਚੱਲੀਏ, ਕਮਲ ਨੌ ਨਿਹਾਲ ਸਿੰਘ ਨੂੰ ਬੁਲਾਇਆ ਗਿਆ, ਉਹਦੇ ਸਾਹਮਣੇ ਪਿਤਾ ਨੂੰ ਕੈਦੀ ਬਣਾਇਆ ਗਿਆ। ਕੈਦ ਵਿੱਚ ਪਿਤਾ ਤਰਸਦਾ ਮਰ ਗਿਆ। ਕਿੱਡੀ ਕੁ ਵੱਡੀ ਬਾਤ ਸੀ। ਕਿੰਨਾ ਚੰਗਾ ਹੁੰਦਾ ਜੇ ਕਿਤੇ ਜਾ ਕੇ ਉੱਥੇ ਆਪਣੇ ਪਿਤਾ ਦੇ ਨਾਲ ਮਿਲ ਲੈਂਦੇ। ਪਰ ਨਹੀਂ ਪਿਆਰਿਓ, ਜਿਹੜੀ ਬੇਨਤੀ ਕਰ ਰਿਹਾ ਸਾਂ ਉਹਦੇ ਵੱਲ ਹੀ ਰਹੀਏ। ਇਹ ਪੱਖ ਅੱਗੇ ਜਾ ਕੇ ਵਿਚਾਰਾਂਗੇ। ਇਹ ਤੇ ਤਮੰਨਾ ਹੈ ਰਾਜ ਤਖਤ ਤੇ ਮੇਰਾ ਆਪਣਾ ਬੈਠੇ, ਪਰ ਇਹ ਤਮੰਨਾ ਨਹੀਂ ਹੈ ਭਈ ਇੰਨੀ ਸੋਹਣੀ ਸੋਚ ਵਾਲਾ ਬੈਠੇ ਜਿਹੜਾ ਇੱਕ ਦੂਜੇ ਨੂੰ ਨਾਲ ਲੈ ਕੇ ਸੋਚ ਵਿਚਾਰ ਕੇ ਇਸ ਰਾਜ ਪੱਧਰ ਦੇ ਕੰਮ ਨੂੰ ਚਲਾ ਸਕੇ। ਨਹੀਂ, ਉਸ ਤੋਂ ਅੱਗੇ ਵੀ ਜਿਹੜੇ ਰਾਜ ਭਾਗ ਦੀਆਂ ਗੱਲਾਂ ਆਈਆਂ ਉਹ ਕਰੀਬ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਿੱਚੋਂ ਹੀ ਇਸ ਰਾਜ ਨੇ ਸ਼ੁਰੂਆਤ ਕੀਤੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਿੱਚ ਹੀ ਰਹਿੰਦਿਆਂ ਇਸ ਰਾਜ ਨੇ ਅੰਤ ਪਾਇਆ। ਹਾਲਾਂਕਿ ਅਸੀਂ ਕਈ ਵਾਰੀ ਇਹੋ ਜਿਹੀਆਂ ਘਾਟਾਂ ਵੀ ਕਰ ਲਈਆਂ ਵੀ ਜਿਨ੍ਹਾਂ ਕੋਲ ਕੋਹੇ ਨੂੰ ਹੀਰਾ ਰਿਹਾ ਸੀ ਉਹਨਾਂ ਸਾਰਿਆਂ ਦੀ ਬਰਬਾਦੀ ਹੋਈ। ਬਿਲਕੁਲ ਇਹ ਸਾਡੀ ਮਿੱਥ ਹੈ। ਸਾਨੂੰ ਆਪਣੀਆਂ ਕਮਜ਼ੋਰੀਆਂ ਤੇ ਝਾਤ ਮਾਰਨੀ ਚਾਹੀਦੀ ਹੈ। ਤਾਂ ਪਹਿਲਾ ਨੁਕਤਾ ਆਪ ਜੀ ਨਾਲ ਸਾਂਝਾ ਕਰ ਰਿਹਾ ਸਾਂ। ਸਾਡੀ ਕਮਜ਼ੋਰੀ ਰਹੀ ਹੈ, ਅਸੀਂ ਪੁੱਤਰੀ ਮੋਹ ਤੋਂ ਉੱਚੇ ਨਹੀਂ ਉੱਠ ਸਕੇ। ਦੂਜੀ ਕਮਜ਼ੋਰੀ, ਅਸੀਂ ਪਹਿਚਾਣ ਵਿੱਚ ਬੜੀ ਕਮਜ਼ੋਰੀ ਰੱਖੀ ਹੈ। ਪਹਿਚਾਣ ਨਹੀਂ ਕਰ ਸਕੇ। ਆਪਣਿਆਂ ਨੂੰ ਆਪਣਿਆਂ ਦੇ ਹੱਥੋਂ ਹੀ ਕਤਲ ਕਰਵਾਉਂਦੇ ਰਹੇ। ਔਰ ਜਿਹੜੇ ਲੋਕ ਕਤਲ ਕਰਨ ਵਾਲੇ ਸਨ, ਜਿਨ੍ਹਾਂ ਨੂੰ ਅਸਲ ਵਿੱਚ ਕਤਲ ਕਰਨਾ ਚਾਹੀਦਾ ਸੀ, ਜਿਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਆਪਣੀ ਤੇਗ ਉਸ ਦੀ ਬੁੱਕੜ ਵਿੱਚ ਸਵਾ ਲੈਣਾ ਚਾਹੀਦਾ ਸੀ, ਜਦੋਂ ਪਹਿਲੇ ਦਿਨਾਂ ਵਿੱਚ ਹੀ ਸਾਨੂੰ ਉਹ ਜਿਹੜੇ ਅਖੀਰ ਵਿੱਚ ਤਿਲਕ ਲਾਏ ਨੇ ਉਹ ਤਿਲਕ ਉਹਨਾਂ ਪਾਪੀਆਂ ਦੇ ਖੂਨ ਦੇ ਪਹਿਲੀ ਵਾਰੀ ਹੀ ਲਾ ਲੈਣੇ ਚਾਹੀਦੇ ਸਨ। ਪਰ ਅਸੀਂ ਬੜਾ ਚਿਰ ਮਗਰੋਂ ਲੇਟ ਲਾਏ ਨੇ। ਉਹਦਾ ਕਾਰਨ ਕੀ ਬਣਿਆ? ਅਸੀਂ ਪਹਿਚਾਣ ਵਿੱਚ ਬੜੀ ਵੱਡੀ ਕਮੀ ਰੱਖ ਲਈ। ਜਿਹੜੇ ਡੋਗਰਿਆਂ ਨੇ ਉਂਗਲਾਂ ਤੇ ਨਚਾ ਕੇ, ਜਿਹੜੇ ਡੋਗਰਿਆਂ ਨੇ ਆਪਣੀ ਮਰਜ਼ੀ ਨਾਲ ਸਾਨੂੰ ਲੁੱਟਿਆ ਵੀ ਤੇ ਸਾਨੂੰ ਕੁੱਟਿਆ ਵੀ, ਹੈਰਾਨੀ ਦੀ ਗੱਲ ਹੈ। ਇਹ ਦੋਵੇਂ ਕੰਮ ਉਹਨਾਂ ਨੇ ਕੀਤੇ ਤੇ ਆਖਰਕਾਰ ਸਾਡੀ ਪਹਿਚਾਣ ਦੀ ਇਹ ਕਮੀ ਸੀ। ਅਸੀਂ ਆਪਣਿਆਂ ਦੇ ਹੱਥੋਂ ਹੀ ਆਪ ਮਰਦੇ ਰਹੇ, ਪਰ ਅਸੀਂ ਇਹ ਪਰਖ ਨਹੀਂ ਕਰ ਸਕੇ ਸਾਨੂੰ ਕੌਣ ਨਚਾਉਂਦਾ ਹੈ। ਜੇ ਡੋਗਰੇ ਗਏ ਤਾਂ ਲਾਲ ਸਿਉ ਤੇ ਤੇਜਾ ਸਿਉ ਗਦਾਰ ਆ ਗਏ, ਇਹਨਾਂ ਨੇ ਵੀ ਰੱਜ ਕੇ ਲਹੂ ਪੀਤਾ। ਪਰ ਹੈਰਾਨੀ ਦੀ ਗੱਲ ਹੈ ਅਸੀਂ ਦ੍ਰਿੜਤਾ ਨਾਲ ਵੀ ਇਹਨਾਂ ਨੂੰ ਬਾਹਰ ਨਹੀਂ ਕੱਢ ਸਕੇ। ਅੱਗੇ ਜਾ ਕੇ ਦੇਖਿਓ ਤੇਜਾ ਸਿਉ ਕਿੱਡੀ ਦੂਰ ਤੱਕ ਅੱਗੇ ਕੰਮ ਇਸ ਗਦਾਰੀ ਦੇ ਆਪਣੇ ਕਾਰਜ ਨੂੰ ਨਿਭਾਉਂਦਾ। ਉਸ ਤੋਂ ਅਗਲੀ ਕਮਜ਼ੋਰੀ ਦਾ ਜ਼ਿਕਰ ਕਰੀਏ, ਸਾਡੇ ਵਿੱਚ ਦ੍ਰਿੜਤਾ ਦੀ ਵੀ ਕਮੀ ਰਹੀ ਹੈ। ਸਿਆਣੇ ਦਾਨੇ ਲੋਕਾਂ ਦੇ ਬੋਲ ਨੇ ਪਰ ਦੁਸ਼ਮਣ ਨੂੰ ਉਹਨਾਂ ਚਿਰ ਮੋਢੇ ਤੇ ਚੁੱਕ ਕੇ ਲੈ ਕੇ ਚੱਲੀਏ ਜਿੰਨਾ ਚਿਰ ਡੂੰਗੀ ਖਾਈ ਨਹੀਂ ਮਿਲਦੀ। ਜਦੋਂ ਡੂੰਗੀ ਖਾਈ ਮਿਲ ਜਾਏ ਤੇ ਇਹੋ ਜਿਹਾ ਪਟਕਾ ਕੇ ਮਾਰੀਏ ਮੁੜ ਕੇ ਉੱਠਣ ਜੋਗਾ ਨਾ ਰਵੇ। ਹੈਰਾਨੀ ਦੀ ਗੱਲ ਹੈ ਅਸੀਂ ਆਪਣੇ ਦੁਸ਼ਮਣਾਂ ਦੀ ਪਹਿਚਾਣ ਹੀ ਨਹੀਂ ਕਰ ਸਕੇ। ਉਹਨਾਂ ਨੂੰ ਸਗੋਂ ਅੱਗੇ ਮੁਖੀ ਬਣਾ ਕੇ, ਉਹਨਾਂ ਨੂੰ ਸਗੋਂ ਅੱਗੇ ਮੋਢੀ ਬਣਾ ਕੇ ਆਪਣੇ ਆਪੇ ਦਾ ਨੁਕਸਾਨ ਕਰਦੇ ਰਹੇ। ਹਰ ਗੱਲ ਦੇ ਵਿੱਚ ਅਸੀਂ ਆਪਣਾ ਨੁਕਸਾਨ ਕਰ ਲਿਆ, ਪਰ ਅਸੀਂ ਇਹ ਦ੍ਰਿੜਤਾ ਵਿੱਚ ਨਹੀਂ ਆ ਸਕੇ। ਕਮਜ਼ੋਰੀਆਂ ਪਤਾ ਲੱਗ ਜਾਣ ਦੇ ਬਾਵਜੂਦ ਵੀ
जिस दिन ध्यान स्यों पापी महारानी चंद कौर बाहर तड़फदी है। महारानी नानकी, माफ करना, बेबी नानकी बाहर तड़फदी अपने पति नूं मिलण वास्ते। चंद कौर दा पुत्तर ओदा अंदर, कमर नौ निहाल सिंह अंदर पिया होया। हैरानी दी गल है, सारी इस प्रजा दे विचों, सारी फौज विचों, सारे बाकी लोगां विचों किसे कोल इह दृढ़ता नहीं सी। एक चुकदा कोई सूरमन तलवार ते तलवार चुक के उस नूं अपने वल्लों कोशिश करदा इस पापी ध्यान सिंह दा अंत कर दिंदा। यकीन करके जानियो, जे किते पापी ध्यान सिंह दा अंत कीता होया हुंदा तां शायद इतिहासक पन्ने ही कुछ होर हुंदे। और बदकिस्मती है असी इस पासे कोई ख्याल ना कर सके। जिन्नी बारी भी वक्त आया इस पापी नूं असी छड्ड के आखिरकार दुख पाया। कहण तो मुराद किन्ना चंगा हुंदा जे उस दिन तलवार चुक के इस गदार दी गर्दन लाई हुंदी। कमर नाउ निहाल सिंह तो बाद विच बाकी जिहड़ी कतल होण वालियां दी लड़ी है वो फिर साडी अपणियां दी ना हुंदी ते उन्हां गदारां दी जां उन्हां पापियां दी हुंदी। पर नहीं पछाण कर सके, नहीं अपने जीवन विच वो दृढ़ता बना सके, जिहदा कारण यह भी एक कारण बनिया। अगे गल तोरनी चाहुंदा साडे इस कारज दे विच एक बड़ी वड्डी गलती साडे कोलों होर होई। जितनियां महान कुर्बानियां कीतियां असी उन्हां दे मुताबिक उन्हां नूं अहुदे ना दे सके। इस महाराजा रणजीत सिंह दे वेले उस तरह दा अहुदा नहीं मिल सकिया जिवें। इस गल च कोई दोरावा नहीं। जिन्हां ने भी कुर्बानियां कीतियां उस सरहदां ते तां रहे। जिहड़ा राज दा सुख, महलां दा सुख सी, हुकूमत करन दा सुख सी, वो बगाने ही भोगदे रहे। तुसीं कदे विचार के देखियो अकाली फूला सिंह ने कितनी दृढ़ता दे नाल लड़े, जां सरदार हरी सिंह नलूए दे चरनां नूं चुम के इतिहास मान करदा है। पर बदकिस्मती है उन्हां नूं राज दरबार दे विच गल मनाउण दी कोई गल, उन्हां नूं कदे सलाह करन वास्ते, उन्हां नूं कदे मशवरे करन वास्ते, उन्हां नूं कदे सिख राज दीयां गल्लां नूं सोचण विचारन वास्ते कदे इकट्ठे होके महाराजा रणजीत सिंह ने उस ऊंचे रुतबे ते कदे नहीं सी बिठाया। कुर्बानियां जिन्हां ने दित्तियां वो सगों बाहर रहिंदे रहे, पर जिन्हां ने गदारियां कीतियां वो राज दरबार दे विच सुख भोगदे रहे। यह भी एक बड़ी वड्डी कमजोरी सी जिन्हों असी वक्त नाल ना विचारन दा कारण की बनिया। अपने राज भाग नूं गवा के अज असी इतिहास विचों सिर्फ वो दिन पढ़ सकते भी कदे असी राजे हुंदे सी। अगली गल तोड़नी चाहुंदा है, धार्मिक पक्ष सानू देखण नूं इतना प्रचार दिता गया, पर माफ करना धार्मिक पक्ष साडा बहुत कमजोर सी उस वेले। इस गल च कोई दोरामा नहीं। असी इहदे उत्ते पर्दे भावें जिन्ने मर्जी पाई जाइए, पर हकीकत उगड़ के इतिहासक पन्नियां तो जदों सामने आउंदी है तो सानू पता लगदा है। उस तो पहला चंद रोज पहलां दीयां गल्लां ने, कोई बहुतियां पुराणियां नहीं। सुखा सिंह महताब सिंह वर्गे होए, जस्सा सिंह आलूवालिया वर्गे होए, भाई मनी सिंह वर्गे होए, जां होर इतिहासक पन्नियां दे उत्ते बोता सिंह गर्जा सिंह वर्गे होए, बाबा बंदा सिंह बहादुर वर्गे महान शहीद होए। महाराजा रणजीत सिंह ने अपने राज भाग दे वेले किसी भी इहो जे महान उगे शहीद दी कोई यादगार नहीं बनाई। अपना राज होवे, अपनी धरती होवे, अपने शहीद होवन, उन्हां दे नां ते असी राज भाग पैदा कीता होवे, उन्हां नूं खून दा पोचा दे के, उन्हां दा खून डोल के, उन्हां दीयां हड्डियां राज भाग दे विच पा के ते असी तख्त दे उत्ते बैठे होइए ते उस वेले किसे एक महान शहीद दी याद बिना बनाइए, ये साडी इतिहासक भुल है और इनू माफ भी नहीं किया जा सकता। क्योंकि इतिहास के पन्नियां विचों शहीदां दीयां वो यादगारां सन लभणियां चाहिए सन। कौमां बड़ा मान करदियां ने अपने शहीदां दे उत्ते, क्योंकि विद्वानां दे लिखे हुए बोल ने, शहीद की जो मौत है वो कौम की हयात है। हयात तो हयात है, मौत भी हयात है, मौत भी जिंदगी बनदियां ने। सानू अपना विरसा चेते रहिंदा, सानू ध्यान सिंह वर्गियां नू, ध्यान सिंह वर्गियां नू पहचानण दी जाच आउंदी। साडे अपने समय दे विच
इन्हां शहीदां दी गल उत्ते हुंदी, बल्कि शहीदां दी गल उत्ते होण दी बजाए साडे कोल पखंडियां ने, पापियां ने, जां उन्हां दुष्ट लोगां ने तां अगे आउण दी कोशिश कीती, पर असीं अपने शहीदां दी याद नहीं संभाल सके। इह पक्ष कमजोर सी। अगली गल यह भी चेते रखण वाली है, जिथे साडी मां बोली पंजाबी है, जिथे श्री गुरु ग्रंथ साहिब जी की पवित्र बाणी जिहड़ी ਉਹ गुरमुखी अखरां दे विच सानू एक रबी सुनेहा देंदी है, पर ਇਹਦੇ ਨਾਲ ही चेता रखियो महाराजा रणजीत सिंह दे दरबार विच जितनी भी दरबारी भाषा वरती जाती सी ਉਹ सारी दी सारी फारसी सी, क्योंकि ਇਹੋ जिहियां चीजां साडे जज्बाती रिश्ते पैदा करदियां ने, ਇਹੋ जिहियां चीजां सानू अंदरूनी लगाव पैदा करदियां ने। असीं बोलदे पंजाबी सां, गलबात पंजाबी विच करदे सां, पर जिहड़ी दरबारी भाषा सी वो सारी दी सारी फारसी सी। उस वेले सानू इस गल ते भी पहला लेण दी लोड़ सी, पर असीं कमजोरी कीती। एक असीं बड़ा बड़ा संताप होर भोगिया मगरों जाके, बड़े गुरु के सिखां दा लहू डोल के सानू ये दाग धोने पए, जिहड़ा ये असीं एक गलती कर लई। बाबा बंदा सिंह बहादुर ने अपने वेले च जगीरदारी सिस्टम खत्म कीता सी, बल्कि उन्हां गरीबड़े लोकां नूं, उन्हां वाहक लोकां नूं, उन्हां गरीबड़े लोकां नूं जिहड़े जमीन जायदादां वाह के कमाई करके जगीरदारां दी झोलियां भरदे सन, अमीर बंदा अमीर होई जा रहा सी, गरीब बहुत गरीब होई जा रहा सी। एक समानता दी गल लै आंदी सी इतिहास दे पन्नियां दे उत्ते। जदों बाबा बंदा सिंह बहादुर ने कुर्बानियां कीतियां, एक बेनती मैं तुहाडे चरनां विच करना चाहुंदा, दिल भर आउंदा है, मन कई बारी लहू दे अथरू रोंदा प्यारिओ। की करा मैं इस कौम नूं, किवें समझावां, मन नहीं उदास हो जांदा कई बारी बहुत। जिन्हां दियां महान कुर्बानियां सन, उन्हां दियां कुर्बानियां नूं पूजण दी बजाए असीं उन्हां नूं दागी करिया होया है। बाबा बंदा सिंह बहादुर वर्गा दुनिया की तवारीख विचों शहीद लभना औखा है। भाई मनी सिंह वर्गियां नूं, इन्ने महान योधियां नूं संसार दीयां तवारीखां चों लभना औखा है, पर असीं अपने शहीदां नूं दागी तां करके इतिहास विच रखिया होया है। उन्हां नूं चंगे नेक, उन्हां नूं जो उन्हां दा असल विच किरदार सी जे ओहिओ प्रगट कीता हुंदा ते अज शायद ये गल्लां ना हुंदियां। खैर एक वखरा पक्ष अज आपां विचार रहे हैं, उसे वल केंद्रित रवां। जिहड़ी बेनती कर रहा सां, बाबा बंदा सिंह बहादुर ने बहुत कुर्बानियां कीतियां ने, जगीरदारी सिस्टम खत्म कर दिता सी, पर महाराजा रणजीत सिंह दे वेले ये जगीरदारी सिस्टम दोबारे लागू ही नहीं होया, बल्कि पूरे जोर शोर दे नाल ये अपने कदम पुट के आखिरकार सानू उस लहू दी नदी दे नेड़े लैके चला गया सी। महाराजा रणजीत सिंह ने बहुत लोगों नूं जगीरदारी दे के उन्हां नूं आखिरकार इहो जे दरिंदे बना दिता, जिन्हां दे नाल कल सानू साके लड़ने पे। खैर ये जितने अगे जाके महंत भी जगीरदारियां दे कारण अन्ने हो गए सन, फिर दोबारे इन्हां दी अखां खोलणियां पईयां। ये आने वाले इतिहास विच विचारांगे। हुण ते सिर्फ दूजी गल ही करनी चाहुंदा। अगली गल, सती प्रथा गुरमत विच प्रवान नहीं सी। किसे वेले धन गुरु अमरदास साहब सच्चे पातशाह जी महाराज ने, अकबर बादशाह आया, उन्हें जगीर भेटा करनी चाहिए, सतगुरु जी ने मना कर दी, ते उन्हें बेनती की भी मैं कोई तो सेवा कर सका। साहब सतगुरु सच्चे पातशाह ने कृपा की, एक वचन समझाया, कहने लगे जे करना चाहते हो तो जिथे बाकी गल्लां होईयां उत्थे तीन कु गल्लां बड़ियां प्रमुख ने। पहली गल यह की सी, उन्हां समयां दे विच वरखा दे आधारित खेती हुंदी सी। सतगुरु जी ने वचन आखे, कहने लगे इस बारी खेती दी बड़ी कमजोरी रही है, तुसीं जे करना ही चाहते हो परोपकार तां इह करो भी जिहड़े लोग खेती करते हैं ऐतकी उन्हां कोल टैक्स ना लवो। और अकबर ने माफ कीता सी। दूजी गल, ਜਿਹੜੀਆਂ ਬੱਚੀਆਂ ਨੂੰ अपने घर समाज विच, अपने परिवार विच, अपने विहड़े विच उत्थे भी मूंह नंगा करके आम एक सुचजी बच्ची वांगू घुमण दी आग्या नहीं,
ਉਹਦੇ ਤੇ ਬੁਰਕਾ ਪਾਇਆ ਜਾਂਦਾ, ਉਹਦਾ ਚਿਹਰਾ ਢੱਕਿਆ ਜਾਂਦਾ। ਤੇ ਕਿੰਨਾ ਚੰਗਾ ਹੋਵੇ ਜਿਹੜੀ ਮਨੁੱਖੀ ਅੱਖ ਦੀ ਕਮਜ਼ੋਰੀ ਹੈ ਉਹਦੀ ਸਜ਼ਾ ਤੁਸੀਂ ਬੱਚੀ ਨੂੰ ਨਾ ਦੇਵੋ। ਪਰਦੇ ਦੀ ਰਸਮ ਨੂੰ ਗੁਰੂ ਅਮਰਦਾਸ ਜੀ ਨੇ ਬੰਦ ਕਰਵਾਇਆ ਸੀ। ਔਰ ਤੀਜੀ ਗੱਲ ਜਿਹੜੀ ਸਭ ਤੋਂ ਵੱਡੀ ਸੀ, ਸਤਿਗੁਰੂ ਜੀ ਨੇ ਬਚਨ ਆਖੇ ਸਨ, ਕਹਿਣ ਲੱਗੇ ਸਤੀਆਂ ਉਹ ਨਹੀਂ ਜਿਨ੍ਹਾਂ ਨੂੰ ਜ਼ਬਰਦਸਤੀ ਤੁਸੀਂ ਉਹਨਾਂ ਦੀ ਪਤੀ ਦੀ ਚਿਖਾ ਦੇ ਨਾਲ ਸਾਟ ਦਿੰਦੇ ਹੋ, ਉੱਤੇ ਇੱਕ ਦਿਨ ਸੱਟਣਾ ਹੈ। ਪਰ ਪਿਆਰਿਓ, ਅਸਲ ਵਿੱਚ ਤਾਂ ਸਤੀ ਉਹ ਹੈ ਜਿਹਨੇ ਆਪਣੇ ਪਿਆਰੇ ਦੀ ਬਿਰਹੋਂ ਦੀ ਅੱਗ ਵਿੱਚ ਇੱਕ ਇੱਕ ਆਪਣੇ ਹੱਡ ਦਾ ਬਾਲਣ ਬਣਾ ਕੇ ਬਾਲਿਆ ਹੁੰਦਾ ਹੈ। ਆਪਣੇ ਪਤੀ ਦੀਆਂ ਰਹਿੰਦੀਆਂ ਸਧਰਾਂ ਨੂੰ ਪੂਰੀਆਂ ਕਰਨ ਵਾਸਤੇ ਆਪਣੀਆਂ ਸਧਨਾਂ, ਆਪਣੇ ਮਨ ਦੀਆਂ ਮੁਰਾਦਾਂ ਨੂੰ ਆਪ ਸਾੜਿਆ ਹੋਇਆ ਹੁੰਦਾ ਹੈ। ਆਪਣੇ ਬੱਚਿਆਂ ਦੇ ਔਲਾਦ ਉਹਨਾਂ ਦੇ ਪੜ੍ਹਾ ਕੇ ਲਿਖਾ ਕੇ ਤੇ ਆਪਣੇ ਪਤੀ ਦੀਆਂ ਮਨਸ਼ਾ ਪੂਰੀਆਂ ਕਰਨ ਵਾਸਤੇ ਉਹਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕੀਤਾ ਹੁੰਦਾ ਹੈ। ਆਪਣਾ ਜੀਵਨ ਉੱਚਾ ਕਿਰਦਾਰ ਵਾਲਾ ਜੀਵਿਆ ਹੁੰਦਾ ਹੈ। ਸਾਡੀਆਂ ਨਜ਼ਰਾਂ ਵਿੱਚ ਉਹ ਸਤੀਆਂ ਨੇ। ਸਾਨੂੰ ਇਹ ਸਤੀਆਂ ਦੇ ਮਗਰ ਨਹੀਂ ਜਾਣਾ ਚਾਹੀਦਾ। ਇਹ ਸਤੀ ਦੀ ਪ੍ਰਥਾ ਗੁਰੂ ਅਮਰਦਾਸ ਜੀ ਨੇ ਕਿਸੇ ਵੇਲੇ ਬੰਦ ਕਰਵਾਈ ਸੀ। ਬਦਕਿਸਮਤੀ ਹੈ ਸਾਡੇ ਸਿੱਖਾਂ ਦੇ ਰਾਜ ਵਿੱਚ ਸਿੱਖੀ ਦੀ ਵਿਰੁੱਧ ਪ੍ਰਥਾ ਨੂੰ ਅਸੀਂ ਖੁਦ ਨੇ ਪੈਦਾ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਤੇ ਉਹਦੇ ਅਗਲੇਰੇ ਜਿਹੜੇ ਇਸ ਗੱਦੀਦਾਰ ਬਣੇ ਤੇ ਉਹਨਾਂ ਦੇ ਨਾਲ ਵੀ ਸਤੀਆਂ ਨੂੰ, ਉਹਨਾਂ ਬੱਚੀਆਂ ਨੂੰ, ਉਹਨਾਂ ਗੋਲੀਆਂ ਨੂੰ, ਉਹਨਾਂ ਰਾਣੀਆਂ ਨੂੰ ਨਾਲ ਚਿਖਾ ਦੇ ਵਿੱਚ ਸਤੀ ਕੀਤਾ ਜਾਣ ਲੱਗਿਆ। ਇਹ ਵੀ ਇੱਕ ਪ੍ਰਥਾ ਸਾਡੇ ਧਰਮ ਦੀ ਕਮਜ਼ੋਰੀ ਬਣ ਕੇ ਰਹਿ ਗਈ ਸੀ ਉਦੋਂ। ਅਗਲੀ ਗੱਲ, ਇਹ ਵੀ ਗੱਲ ਸਪਸ਼ਟ ਹੈ ਮਹਾਰਾਜਾ ਰਣਜੀਤ ਸਿੰਘ ਦੀ ਕੋਈ ਐਸੀ ਕਮਜ਼ੋਰੀ ਸੀ ਜਿਹੜੀ ਉਹਨਾਂ ਨੂੰ ਡੋਗਰਿਆਂ ਦੇ ਅੱਗੇ ਅੱਖ ਨਹੀਂ ਸੀ ਚੁੱਕਣ ਦਿੰਦੀ। ਨਹੀਂ ਤੇ ਇਹ ਨਹੀਂ ਬਈ ਉਹਨਾਂ ਨੂੰ ਪਹਿਚਾਣ ਨਹੀਂ ਆਈ ਹੋਵੇਗੀ, ਪਰ ਕੋਈ ਅੰਦਰੂਨੀ ਕਮਜ਼ੋਰੀ ਉਹਨਾਂ ਨੂੰ ਅੱਗੇ ਨਹੀਂ ਸੀ ਆਉਣ ਦਿੰਦੀ, ਜਿਹਨੂੰ ਆਪਾਂ ਇਤਿਹਾਸ ਦੇ ਵਿੱਚੋਂ ਇੱਕ ਨਿੱਕੀ ਜਿਹੀ ਝਲਕ ਵਾਂਗੂ ਦੇਖ ਸਕਨੇ ਹਾਂ। ਜਿਵੇਂ ਉਸ ਵੇਲੇ ਦੀ ਨਾਚੀ, ਉਸ ਵੇਲੇ ਦੇ ਇੱਕ ਬੁਰੇ ਕਰਮ ਕਰਨ ਵਾਲੀ ਮੋਰਾ, ਜਿਹਨੂੰ ਅਸੀਂ ਕਈ ਵਾਰੀ ਪਰਦੇ ਪਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ, ਪਰ ਇਸ ਗੱਲ 'ਚ ਕੋਈ ਦੋਰਾਮਾ ਨਹੀਂ, ਕਿਉਂਕਿ ਇਤਿਹਾਸ ਆਪਣੇ ਕਦਮਾਂ ਤੇ ਤੁਰਦਾ ਹੈ। ਉਹ ਕਿਸੇ ਦੇ ਆਖਿਆਂ ਲੱਗ ਕੇ ਨਹੀਂ ਜਾਂ ਕਿਸੇ ਦੀ ਗੁਲਾਮੀ ਕਰਕੇ ਨਹੀਂ। ਇਤਿਹਾਸ ਵਾਂਗੂ ਹੀ ਵੇਖਣਾ ਚਾਹੀਦਾ ਹੈ। ਮੋਰਾਂ ਦੀ ਗੁਲਾਮੀ ਕਰਨਾ ਵੀ ਮਹਾਰਾਜਾ ਰਣਜੀਤ ਸਿੰਘ ਦੀ ਕਮਜ਼ੋਰੀ ਬਣ ਕੇ ਆਇਆ, ਜਿਹਨੇ ਸਾਡੇ ਧਾਰਮਿਕ ਪੱਖ ਨੂੰ ਕਮਜ਼ੋਰ ਕਰ ਦਿੱਤਾ। ਖੈਰ ਅਗਲੀ ਗੱਲ ਤੋਰਨੀ ਚਾਹੁੰਦਾ, ਇਸ ਗੱਲ 'ਚ ਵੀ ਕੋਈ ਦੋਰਾਮਾ ਨਹੀਂ। ਜਦੋਂ ਕਦੇ ਲੋੜ ਪਈ, ਭਾਵੇਂ ਇਹ ਵੀ ਗੱਲਾਂ ਬਿਲਕੁਲ ਪ੍ਰਤੱਖ ਨੇ, ਭਾਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣਾ, ਮਹਾਰਾਜਾ ਰਣਜੀਤ ਸਿੰਘ ਦੇ ਕੋਰੜੇ ਖਾਣਾ, ਇਹ ਗੱਲਾਂ ਵੀ ਇਤਿਹਾਸ ਵਿੱਚ ਬੜੇ ਚੰਗੇ ਢੰਗ ਨਾਲ ਲਿਖੀਆਂ ਹੋਈਆਂ ਨੇ ਔਰ ਇਹ ਵਾਧੇ ਦੀਆਂ ਗੱਲਾਂ ਨੇ ਔਰ ਇਹ ਚੰਗੀਆਂ ਗੱਲਾਂ ਵਾਂਗੂ ਸਤਿਕਾਰੀਆਂ ਹੋਈਆਂ ਨੇ। ਅਗਲੀ ਗੱਲ ਕਰਨੀ ਚਾਹੁੰਦਾ, ਹੈਰਾਨੀ ਦੀ ਗੱਲ ਹੈ, ਇਸ ਰਾਜ ਦਰਬਾਰ ਵਿੱਚ ਕਰੀਬ 10 ਸਾਲ ਕਤਲੋਗਾਰਦ ਹੁੰਦੀ ਰਹੀ। ਜਿਹਦਾ ਨਾਂ ਲੱਗਦਾ ਸੀ ਉਹ ਦੂਜੇ ਨੂੰ ਕਤਲ ਕਰਕੇ ਉਹਦੇ ਲਹੂ ਵਿੱਚ ਪੈਰ ਭਿੱਜੇ ਲੈ ਕੇ ਤਖਤ ਵਾਲੇ ਪਾਸੇ ਨੂੰ ਵੱਧ ਪੈਂਦਾ ਸੀ, ਹਕੂਮਤ ਵਾਲੇ ਪਾਸੇ ਨੂੰ ਵੱਧ ਪੈਂਦਾ ਸੀ। 10 ਸਾਲ ਕਰੀਬ 1839 ਤੋਂ ਲੈ ਕੇ 1849 ਤੱਕ ਬੜੀ ਕਤਲੋਗਾਰਦ ਹੋਈ। ਇਹਨੇ ਵੀ ਲੋਕਾਂ ਦੇ ਮਨ ਫਿੱਕੇ ਪਾ ਦਿੱਤੇ। ਇਹਨੇ ਵੀ ਜਿਹੜੀ ਉਹ ਸਿੱਖਾਂ ਦਾ ਰਾਜ ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਅੰਦੋ ਨਹੀਂ ਤੇ ਠਾਉ ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਕਤਾ ਨੇ ਤਰਸ ਜਵਾਲ, ਜਾਂ ਹਲੇਮੀ ਰਾਜ ਦਾ ਜਿਹੜਾ ਸੁਪਨਾ ਗੁਰਬਾਣੀ ਦੇ ਵਿੱਚ ਦੱਸਿਆ ਹੋਇਆ ਉਹਨੂੰ ਬਹੁਤ ਠੋਕਰ ਮਾਰੀ। ਸਿੱਖੀ ਦੇ ਆਸੇ ਮਨਸ਼ਿਆਂ ਨੂੰ, ਸਿੱਖੀ ਦੇ ਸਿਧਾਂਤਾਂ ਨੂੰ ਇਹ ਇੱਕ ਠੋਕਰ ਵੱਜਣ ਵਾਲੀ ਗੱਲ ਸੀ। ਆਪਣਿਆਂ ਦੀ ਹੀ ਕਿਰਪਾਨ ਆਪਣਿਆਂ ਦੇ ਹੀ ਨਿਤ ਖੂਨ ਵਿੱਚ ਭਿੱਜਦੀ ਰਹੀ। ਇਹ ਕੋਈ ਬਹੁਤੀ ਚੰਗੀ ਗੱਲ ਇਤਿਹਾਸਕ ਪੰਨਿਆਂ ਤੇ ਨਹੀਂ ਲਿਖੀ ਗਈ, ਜਿਹਦਾ ਕਾਰਨ ਕਿ ਇਹ ਕਮਜ਼ੋਰੀਆਂ ਬਣ ਕੇ ਆਖਰਕਾਰ ਸਾਡੀ ਬਰਬਾਦੀ ਦਾ ਮੁੱਢ ਬਣਦਾ ਗਿਆ। ਅਗਲੀ ਗੱਲ ਹੋਰ ਸਾਂਝੀ ਕਰਨੀ ਚਾਹੁੰਦਾ, ਇੱਕ ਬਦਕਿਸਮਤੀ ਇਹ ਹੋਈ, ਉਹਨਾਂ ਸਮਿਆਂ ਦੇ ਅੰਦਰ ਗੁਰਬਾਣੀ ਦਾ ਅਤੇ ਇਤਿਹਾਸ ਦਾ ਉਤਨਾ ਵਿਸਥਾਰ ਨਹੀਂ ਅਸੀਂ ਕਰ ਸਕੇ ਜਿਤਨਾ ਸਾਨੂੰ ਕਰਨਾ ਚਾਹੀਦਾ ਸੀ।
ਇਹਨੇ ਵੀ ਸਾਡੇ ਅੰਦਰੂਨੀ ਪੱਖ ਵਿੱਚ ਕਮਜ਼ੋਰੀ ਰੱਖ ਦਿੱਤੀ। ਗੁਰਬਾਣੀ ਅਤੇ ਇਤਿਹਾਸ ਤੋਂ ਅਸੀਂ ਉਹ ਅਗਵਾਈ ਨਹੀਂ ਲੈ ਸਕੇ ਜੋ ਸਾਨੂੰ ਲੈਣੀ ਚਾਹੀਦੀ ਸੀ। ਇਹਨੇ ਵੀ ਸਾਡਾ ਇੱਕ ਪੱਖ ਕਮਜ਼ੋਰ ਕੀਤਾ, ਜਿਹਦਾ ਕਾਰਨ ਕਿ ਅਸੀਂ ਇਸ ਗੱਲੋਂ ਸਖਣੇ ਹੋਣ ਕਰਕੇ, ਇਸ ਗੱਲ ਤੋਂ ਅਧੂਰੇ ਹੋਣ ਕਰਕੇ, ਜਿਵੇਂ ਇੱਕ ਛੋਟੀ ਜਿਹੀ ਉਦਾਹਰਨ ਦੇਣੀ ਚਾਹੁੰਦਾ, ਗੁਰਬਾਣੀ ਪੜ੍ਹੀ ਹੁੰਦੀ ਤੇ ਸਾਨੂੰ ਪਤਾ ਹੁੰਦਾ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੂਝੀ ਹੈ, ਅਕਲੀ ਕੀਜੇ ਦਾਨ। ਉਸ ਵੇਲੇ ਦਰਬਾਰ ਸਾਹਿਬ ਦਾ ਨਾਂ ਲੈ ਕੇ ਤੇ ਥੋੜਾ ਬਹੁਤਾ ਪੈਸਾ ਇਸ ਪਾਸੇ ਲਾਉਣਾ, ਬਾਕੀ ਉਸ ਵੇਲੇ ਦਾ ਖਜ਼ਾਨਾ ਮੰਤਰੀ ਦੀਨਾਨਾਥ ਉਹ ਰੱਜ ਕੇ ਬਾਕੀ ਪੈਸਾ ਜਿਹੜਾ ਹਿੰਦੂ ਮੰਦਿਰਾਂ ਦੇ ਉੱਤੇ ਜਾਂ ਬਾਕੀ ਥਾਵਾਂ ਦੇ ਉੱਤੇ ਖਰਚਿਆ ਜਾਂਦਾ ਸੀ। ਇਹਨੂੰ ਆਪਾਂ ਫਰਾਖ ਦਿਲੀ ਦਾ ਨਾਂ ਨਹੀਂ ਦੇ ਸਕਦੇ, ਬਲਕਿ ਇਹ ਇੱਕ ਬੇਸਮਝੀ ਵਿੱਚ ਖਰਚਿਆ ਹੋਇਆ ਪੈਸਾ ਹੀ ਕਹਿ ਸਕਦੇ ਹਾਂ। ਉਹੀ ਪੈਸਾ ਕਿਤੇ ਆਪਣੇ ਇਸ ਵਿਰਸੇ ਨੂੰ ਪ੍ਰਚਾਰਨ ਤੇ ਲਾਉਂਦੇ ਕਿੰਨਾ ਚੰਗਾ ਸੀ। ਉਦੋਂ ਗੋਰਿਆਂ ਨਾਲ ਮੀਟਿੰਗਾਂ ਹੁੰਦੀਆਂ ਸਨ, ਕਿੰਨਾ ਚੰਗਾ ਸੀ। ਉਦੋਂ ਬਾਕੀ ਧਰਮਾਂ ਵਾਲੇ ਲੋਕ ਵੀ ਆਉਂਦੇ ਸਨ ਤੇ ਉਹਨਾਂ ਨੂੰ ਕਿੰਨਾ ਚੰਗਾ ਹੁੰਦਾ ਇਸ ਗੁਰਬਾਣੀ ਦੀ ਵਿਚਾਰ ਦੇ ਨਾਲ ਜੋੜਦੇ। ਇਹਦਾ ਅੱਗੇ ਜਾ ਕੇ ਆਪਾਂ ਇਤਿਹਾਸਕ ਪੰਨਿਆਂ ਵਿੱਚੋਂ ਫਿਰ ਦੁਬਾਰੇ ਦੇਖਣ ਦੀ ਕੋਸ਼ਿਸ਼ ਕਰਾਂਗੇ। ਕਰੀਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ 80 ਲੱਖ ਤੋਂ ਲੈ ਕੇ 1 ਕਰੋੜ ਦੇ ਨੇੜੇ ਦੀ ਆਬਾਦੀ ਰਹਿ ਜਾਂਦੀ ਹੈ। ਇਤਨੀ ਆਬਾਦੀ ਦੇ ਵਿੱਚੋਂ ਜਦੋਂ ਇਹ ਰਾਜ ਪਾਕ ਖਤਮ ਹੁੰਦਾ ਹੈ ਤੇ ਹੈਰਾਨੀ ਦੀ ਗੱਲ ਹੈ, ਉਦੋਂ ਲੋਕ ਕਰੀਬ ਬੇਅੰਤ ਇਹੋ ਜਿਹੇ ਲੋਕ ਸਨ ਜਿਹੜੇ ਉਹ ਸਿੱਖੀ ਦੀ ਇਸ ਵਿਚਾਰਧਾਰਾ ਨੂੰ ਛੱਡ ਕੇ ਆਪਣੇ ਆਪਣੇ ਰਸਤਿਆਂ ਤੇ ਤੁਰ ਗਏ। ਕੁਝ ਕੁ ਦੀ ਆਬਾਦੀ 11 ਕੁ ਲੱਖ ਦੇ ਨੇੜੇ ਦੀ ਆਬਾਦੀ ਰਹਿ ਜਾਂਦੀ ਹੈ, ਕਿਉਂਕਿ ਉਹਦਾ ਕਾਰਨ ਹੈ ਇਹ ਲੋਕਾਂ ਨੇ ਇਸ ਜਿਹੜਾ ਬਾਣਾ ਪਾਇਆ ਸੀ ਜਾਂ ਸਿੱਖੀ ਦੀ ਖਿਦਮਤ ਵਿੱਚ ਆਏ ਸਨ, ਇਹ ਕੇਵਲ ਆਪਣੇ ਰੁਜ਼ਗਾਰ ਲਈ ਆਏ ਸਨ। ਇਹਨਾਂ ਨੂੰ ਸਿੱਖੀ ਨਾਲ ਮੁਹੱਬਤ, ਸਿੱਖੀ ਨਾਲ ਪ੍ਰੇਮ, ਸਿੱਖੀ ਦੇ ਫਲਸਫੇ ਤੋਂ ਅਸੀਂ ਜਾਣੂ ਨਹੀਂ ਕਰਵਾ ਸਕੇ। ਗੁਰਬਾਣੀ ਦਾ ਪੱਖ, ਇਤਿਹਾਸਕ ਪੱਖ ਅਸੀਂ ਬਾਹਰ ਪ੍ਰਚਾਰ ਕਰਨ ਵਿੱਚ ਬਹੁਤ ਵੱਡੀ ਕਮੀ ਰੱਖ ਲਈ, ਜਿਹਦਾ ਕਾਰਨ ਕੀ ਹੈ, ਉਹਨਾਂ ਨੇ ਇਮਾਨਦਾਰੀ ਨੂੰ ਸਿੱਖੀ ਨੂੰ ਘੋਖਿਆ ਨਹੀਂ ਸੀ। ਅਗਲੀ ਗੱਲ ਹੋਰ ਕਰਨੀ ਚਾਹੁੰਦਾ, ਵਕਤ ਨੇ ਕਰਵਟ ਖਾਧੀ। ਅਸੀਂ ਆਮ ਕਰਕੇ ਸਤਿਗੁਰੂ ਜੀ ਨੇ ਜਾਂ ਕੌਮਾਂ ਦੇ ਜਿਉਂਦੇ ਰਹਿਣ ਵਾਸਤੇ 3 ਗੱਲਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ ਜੀਵਨ ਵਿੱਚ। ਇੱਕ ਹਥਿਆਰ, ਦੂਜੀ ਵਿਚਾਰ, ਤੀਜਾ ਪ੍ਰਚਾਰ। ਬਦਕਿਸਮਤੀ ਜਦੋਂ ਲੋੜ ਪਈ ਅਸੀਂ ਹਥਿਆਰਾਂ ਦੀ ਜੰਗ ਰੱਜ ਕੇ ਲੜੀ ਤੇ ਜਿੱਤੇ ਵੀ, ਪਰ ਵਕਤ ਆਇਆ ਜਦੋਂ ਵਿਚਾਰ ਦੀ ਜੰਗ ਆਈ ਤੇ ਸਾਡੇ ਕੋਲੋਂ ਵਿਚਾਰ ਦਾ ਪੱਖ ਇਤਨਾ ਕਮਜ਼ੋਰ ਹੈ, ਜਦ ਕਿ ਗੁਰਬਾਣੀ ਦਾ ਇੱਕ ਇੱਕ ਅੰਮ੍ਰਿਤਮਈ ਬਚਨ ਸਾਨੂੰ ਵਿਚਾਰ ਦੇ ਨਾਲ ਮਾਲਾ ਮਾਲ ਕਰਦਾ ਹੈ। ਜਿਹੜੀ ਕੌਮ ਦਾ ਅੰਮ੍ਰਿਤ ਵੇਲਾ ਵਿਚਾਰ ਤੋਂ ਸ਼ੁਰੂ ਹੁੰਦਾ ਹੋਵੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਜਿਹੜੇ ਗੁਰੂ ਦੇ ਦਰਸ਼ਨ ਵੀ ਵਿਚਾਰ ਵਿੱਚੋਂ ਹੁੰਦੇ ਹੋਵਣ, ਉਹਦੇ ਦਰਸ਼ਨ ਵੀ ਦੇਹ ਰੂਪ ਵਿੱਚ ਨਹੀਂ ਹੈ। ਜੈਸਾ ਜਿਵੇਂ ਮੈਂ ਆਪਣੇ ਗੁਰੂ ਦੇ ਦਰਸ਼ਨ ਕਰਕੇ ਇਹ ਗੱਲ ਸਮਝਣਾ ਹੈ, ਸਤਿਗੁਰੂ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੀ, ਜਿੱਤੇ ਸ਼ਬਦ ਨਾ ਕਰੇ ਵਿਚਾਰ। ਜਿਹੜੇ ਸਿੱਖ ਦਾ ਅੰਮ੍ਰਿਤ ਵੇਲਾ ਵਿਚਾਰ ਤੋਂ ਸ਼ੁਰੂ ਹੁੰਦਾ ਹੈ, ਜਿਹੜੇ ਸਿੱਖ ਦੇ ਗੁਰੂ ਦੇ ਦਰਸ਼ਨ ਵੀ ਵਿਚਾਰ ਵਿੱਚੋਂ ਹੁੰਦੇ ਨੇ, ਜਿਹੜੇ ਸਿੱਖ ਨੂੰ ਜੀਵਨ ਜਿਉਣ ਲਈ ਵੀ ਸਤਿਗੁਰੂ ਵਿਚਾਰ ਕਰਨ ਲਈ ਭੇਜਦੇ ਨੇ, ਉਦੋਂ ਹਰ ਵਕਤ ਆਖਦੇ ਨੇ, ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਜਦੋਂ ਵਿਵੇਕੀਆਂ ਨੂੰ, ਸਿਆਣੇ ਬੰਦਿਆਂ ਨੂੰ, ਦਾਨੇ ਲੋਕਾਂ ਦੇ ਕੋਲੋਂ ਪੁੱਛ ਕੇ ਵੇਖੋ। ਮੈਂ ਆਪਣਾ ਗੁਰ ਪੂਛ ਦੇਖਿਆ, ਗੱਲ ਤੇ ਸਾਨੂੰ ਵਿਚਾਰ ਨਾਲ ਜੋੜਿਆ ਗਿਆ ਸੀ, ਪਰ ਅਸੀਂ ਉਨੇ ਹੀ ਵਿਚਾਰ ਦੇ ਪੱਖੋਂ ਇਤਨੇ ਕਮਜ਼ੋਰ ਹੋ ਗਏ, ਜਿਤਨੇ ਅਸੀਂ ਹਥਿਆਰ ਪੱਖੋਂ ਬਲਵਾਨ ਸਾਂ ਉਤਨੇ ਅਸੀਂ ਵਿਚਾਰ ਪੱਖੋਂ ਕਮਜ਼ੋਰ ਸਾਂ। ਜਦੋਂ ਕਦੇ ਵਿਚਾਰ ਕਰਨ ਦੀ ਗੱਲ ਆਉਂਦੀ ਸੀ, ਅਸੀਂ ਵਿਚਾਰ ਨੂੰ ਤਕਰਾਰ ਵਿੱਚ ਤਾਂ ਬਦਲਦੇ ਰਹੇ ਹਾਂ, ਵਿਚਾਰ ਨੂੰ ਕਦੇ ਨਤੀਜਿਆਂ ਤੇ ਨਹੀਂ ਲੈ ਕੇ ਗਏ। ਅਜੋਕੇ ਸਮੇਂ ਦਾ ਸਾਡਾ ਅੱਜ ਤੱਕ ਇਹ ਦੁਖਾਂਤ ਉਵੇਂ ਦਾ ਉਵੇਂ ਚੱਲਿਆ ਆ ਰਿਹਾ ਹੈ। ਅੱਜ ਅਸੀਂ ਵਿਚਾਰ ਕਰਨ ਬੈਠਦੇ ਹਾਂ ਪਰ ਤਕਰਾਰ ਕਰਕੇ ਉੱਠ ਜਾਂਦੇ ਹਾਂ। ਇੱਕ ਗੁਰਦੁਆਰਾ ਸਾਹਿਬ ਖੋਲ੍ਹਦੇ ਹਾਂ, ਉਹਦੇ ਵਿੱਚੋਂ ਦੂਜਾ ਗੁਰਦੁਆਰਾ ਪੈਦਾ ਕਰਕੇ ਉੱਠ ਜਾਂਦੇ ਹਾਂ। ਆਪਣੀ ਕੌਮ ਦੀ ਤਰੱਕੀ ਲਈ ਕਦੇ ਨਹੀਂ ਸੋਚਦੇ, ਕਦੇ ਨਹੀਂ ਵਿਚਾਰਦੇ। ਅਸੀਂ ਜਿਤਨਾ ਵੀ ਮਾਰ ਖਾਧੀ ਹੈ ਉਹ ਵਿਚਾਰ ਦੇ ਪੱਖੋਂ ਖਾਧੀ ਹੈ। ਤੀਜਾ ਪੱਖ ਸੀ ਪ੍ਰਚਾਰ। ਚਲੋ ਜਦੋਂ ਵਿਚਾਰ ਅਸੀਂ ਉਹ ਨਹੀਂ ਪੜ੍ਹੀ
ਤੇ ਅਸੀਂ ਅੱਗੇ ਪ੍ਰਚਾਰ ਵੀ ਕੀ ਕਰਨਾ ਸੀ। ਇਹ ਤੀਜਾ ਪੱਖ ਵੀ ਸਾਡਾ ਕਮਜ਼ੋਰ ਹੈ। ਅਸੀਂ ਪ੍ਰਚਾਰ ਨਹੀਂ ਕਰ ਸਕੇ। ਅਸੀਂ ਇਸ ਗੱਲੋਂ ਬਹੁਤ ਵੱਡੀ ਕਮਜ਼ੋਰੀ ਦੇ ਸ਼ਿਕਾਰ ਹੋਏ ਹਾਂ, ਜਿਹਦਾ ਕਾਰਨ ਕੀ ਬਣਿਆ। ਕਦੇ ਰਾਜ ਸੀ ਸਾਡਾ ਤੇ ਇੱਟਾਂ ਦਾ ਨਾਂ ਵੀ ਰਾਜ ਨਾਲ ਜੋੜਿਆ ਜਾਂਦਾ ਸੀ। ਯਾਦ ਰੱਖਿਓ ਜੇ, ਲੋਕ ਨਾਨਕਸ਼ਾਹੀ ਇੱਟਾਂ ਕਹਿ ਕੇ ਸਤਿਕਾਰ ਕਰਦੇ ਸਨ। ਜਦੋਂ ਰਾਜ ਸੀ ਸਾਡਾ ਉਦੋਂ ਮੋਹਰਾਂ ਚੱਲਦੀਆਂ ਸਨ ਸਾਡੇ ਨਾਮ ਦੀਆਂ। ਜਦੋਂ ਰਾਜ ਸੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਸਿਧਾਂਤ ਦਾ, ਉਦੋਂ ਲੋਕ ਉਹ ਜਿਹੜੀਆਂ ਸਿੱਕੇ ਵੀ ਉਸ ਦੇ ਨਾਮ ਦੇ ਚੱਲਦੇ ਸਨ, ਇੱਟਾਂ ਵੀ ਲੋਕ ਉਹਦੇ ਨਾਮ ਦੀਆਂ ਯਾਦ ਕਰਦੇ ਸਨ। ਅੱਜ ਤੱਕ ਉਹ ਨਾਨਕਸ਼ਾਹੀ ਇੱਟਾਂ ਕਿਹਾ ਜਾਂਦਾ ਹੈ। ਬਦਕਿਸਮਤੀ ਸਾਡਾ ਰਾਜ ਚਲਾ ਗਿਆ। ਉਹਨਾਂ ਗੋਰਿਆਂ ਦੇ ਲਾਹੌਰ ਦਰਬਾਰ ਵਿੱਚ ਖਾਲਸਾਈ ਨਿਸ਼ਾਨ ਨੂੰ ਲਾ ਕੇ ਉਸ ਕੰਪਨੀ ਦੇ ਨਿਸ਼ਾਨ ਝੁੱਲ ਗਏ, ਸਿੱਕੇ ਬੰਦ ਹੋ ਗਏ, ਕੰਪਨੀ ਦੇ ਸਿੱਕੇ ਚੱਲ ਗਏ, ਨਾਨਕਸ਼ਾਹੀ ਇੱਟਾਂ ਬੰਦ ਹੋ ਗਈਆਂ ਤੇ ਉਹਨਾਂ ਲੋਕਾਂ ਦੀਆਂ ਆਪਣੀਆਂ ਗੱਲਾਂ ਚੱਲ ਪਈਆਂ। ਇਤਿਹਾਸਕ ਇਹ ਸਾਡੇ ਜੀਵਨ ਦੀਆਂ ਕਮਜ਼ੋਰੀਆਂ ਦੇ ਪੱਖ ਨੇ ਜਿਹੜੇ ਸਾਨੂੰ ਵਿਚਾਰ ਕਰਨੇ ਚਾਹੀਦੇ ਨੇ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਚੰਗੀ ਅਗਵਾਈ ਲੈ ਸਕੀਏ। ਵੈਸੇ ਅੱਜ ਤੱਕ ਦਾ ਇਤਿਹਾਸ ਤੇ ਸਾਨੂੰ ਇਹੋ ਦੱਸਦਾ ਹੈ ਵੀ ਅਸੀਂ ਹਜੇ ਵੀ ਆਪਣੀ ਵਿਚਾਰ ਨੂੰ ਕਮਜ਼ੋਰ ਕਰਕੇ, ਕੇਵਲ ਧੋਖੇ ਖਾ ਕੇ, ਕੇਵਲ ਮਾਰ ਖਾ ਕੇ, ਕੇਵਲ ਆਪਣਾ ਆਪਾ ਗਵਾ ਕੇ ਹੀ ਦੁੱਖ ਪਾਉਂਦੇ ਰਹੇ ਹਾਂ। ਹਾਲੇ ਤੱਕ ਸਾਡੇ ਇਤਿਹਾਸ ਨੇ ਮੋੜ ਨਹੀਂ ਖਾਧਾ ਭਈ ਅਸੀਂ ਚੰਗਲੇਰੇ ਪਾਸੇ, ਚੰਗੇ ਵਾਲੇ ਪਾਸੇ, ਉੱਤਮਤਾਈ ਦੇ ਵਾਲੇ ਪਾਸੇ, ਸਫਲਤਾ ਪਾਸੇ ਆਪਣੇ ਕਦਮ ਵਧਾਏ ਹੋਵਣ। ਗੁਰੂ ਕਿਰਪਾ ਕਰੇ ਅਸੀਂ ਇਤਿਹਾਸ ਤੋਂ ਸਿੱਖ ਸਕੀਏ। ਹਰ ਰੋਜ਼ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨਾ, ਅੱਗੇ ਗੋਰਿਆਂ ਨੇ ਵਿਚਾਰ ਦੇ ਪੱਖ ਕਿਤਨੇ ਕੁ ਜ਼ਿਆਦਾ ਬਲਵਾਨ ਕਰ ਦਿੱਤੇ ਤੇ ਸਾਡੇ ਪੱਖ ਕਿਤਨੇ ਕਮਜ਼ੋਰ ਹੋ ਗਏ। ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਉਣੀ ਹੈ। ਘੱਟ ਤੋਂ ਘੱਟ ਵੀ 6-7 ਨੁਕਤੇ ਇਹੋ ਜਿਹੇ ਨੇ ਜਿਹੜੇ ਵਿਚਾਰਨ ਦੀ ਲੋੜ ਹੈ। ਜਿਵੇਂ ਗੁਰਦੁਆਰੇ ਨਿਰਮਲਿਆਂ ਦੇ ਅਧੀਨ ਹੋ ਜਾਣੇ ਨੇ, ਈਸਾਈ ਧਰਮ ਦਾ ਪ੍ਰਚਾਰ ਉਹਨਾਂ ਨੇ ਸ਼ੁਰੂ ਕਰ ਦੇਣਾ ਹੈ। ਨਕਲੀ ਕੁਝ ਲਹਿਰਾਂ ਪੈਦਾ ਹੁੰਦੀਆਂ ਨੇ, ਜਿਵੇਂ ਨਿਰੰਕਾਰੀ ਲਹਿਰ, ਕੂਕਾ ਲਹਿਰ, ਇਹਦੀ ਵੀ ਵਿਚਾਰ ਕਰਨੀ ਹੈ। ਤੇ ਜਿਹੜਾ ਹੁਣ ਤੱਕ ਇੱਕ ਬੜਾ ਵੱਡਾ ਮਹਾਨ ਵਿਰਸਾ ਸੀ ਸਾਡੇ ਕੋਲ, ਭਾਈ ਜਾਂ ਬਾਬਾ, ਇਹ ਦੋ ਸ਼ਬਦਾਂ ਨਾਲ ਸਿੱਖ ਜਗਤ ਵਿੱਚ ਸਤਿਕਾਰ ਦਿੱਤਾ ਜਾਂਦਾ ਸੀ। ਇਹ ਵੀ ਇਹਨਾਂ ਗੋਰਿਆਂ ਦੇ ਵੇਲੇ ਸੰਤ ਸ਼ਬਦ ਸ਼ੁਰੂ ਹੋਣਾ ਹੈ ਤੇ ਉਸ ਤੋਂ ਅੱਗੇ ਉਹ ਸੰਤਤਾਈ ਦਾ ਸੰਤਾਪ ਅਸੀਂ ਕਿੰਨਾ ਕੁ ਭੋਗ ਰਹੇ ਹਾਂ, ਇਹ ਵੀ ਆਉਣ ਵਾਲੇ ਪੰਨਿਆਂ ਦੇ ਵਿੱਚ ਸਾਂਝੇ ਕਰਾਂਗਾ। ਇਤਿਹਾਸਕ ਸਮੱਗਰੀ ਉਹਦੇ ਵਿੱਚ ਬੇਅੰਤ ਇਤਿਹਾਸ ਵਿੱਚ ਰਲੇ ਪਾਏ ਜਾਣੇ ਨੇ, ਇਹ ਵੀ ਆਪਾਂ ਇਹਨਾਂ ਦਿਨਾਂ ਦੇ ਵਿੱਚ ਵਿਚਾਰ ਕਰਨੀ ਹੈ। ਤੇ ਅਗਲੀ ਗੱਲ ਜਿਹੜੀ ਉਹ ਇਹ ਸੀ ਵੀ ਗੋਰਿਆਂ ਨੇ ਇੱਕ ਤਰੱਕੀ ਦਾ ਪਰਦਾ ਪਾ ਕੇ ਤੇ ਆਖਰਕਾਰ ਸਾਡੇ ਹੋਏ ਜ਼ਖਮਾਂ ਤੇ, ਨਾ ਤਾਪ ਝੱਲਣ ਵਾਲੇ ਜ਼ਖਮਾਂ ਦੇ ਉੱਤੇ ਤਰੱਕੀ ਦੇ ਪਰਦੇ ਦੀ ਮੱਲ ਮਿਲਾ ਕੇ ਤੇ ਸਾਨੂੰ ਸ਼ਾਂਤ ਕਰ ਦਿੱਤਾ ਸੀ। ਤੇ ਇਤਿਹਾਸਕ ਇਹ ਵਿਚਾਰਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਿਚਾਰਾਂਗੇ। ਭੁੱਲਾਂ ਚਿੱਕਾ ਨਾ ਚਤਾਰਨਾ, ਅਸੀਸ ਦੇਣਾ, ਅਰਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।